GMSC ਦਾ ਨੈਕਸਟ ਸਾਡੀ ਲਿਆਂਗ ਵਾਰਸਕਾਈ ਲਾਈਨ ਕਲਿੱਪਿੰਗ ਐਲਗੋਰਿਦਮ ਹੈ। ਇਹ ਵੀ ਬੇਟਾ ਲਾਈਨ ਕਲਿੱਪਿੰਗ ਹੀ ਐਲਗੋਰਿਦਮ ਹੈ ਕਿ ਸਪੋਜ਼ ਕਰੋ ਕਿ ਸਾਡੀ ਵਿੰਡੋ ਹੈ, ਵਿੰਡੋ ਦੇ ਵਿੱਚ ਲਾਈਨ ਨਹੀਂ ਆ ਰਹੀ, ਜਾਂ ਅਸੀਂ ਕਿਵੇਂ ਡਿਸਾਈਡ ਕਰਾਂਗੇ ਕਿ ਲਾਈਨ ਪੂਰੀ ਵਿੱਚ ਇਹਨੂੰ ਰੱਖਣਾ ਸੀ ਜਾਂ ਕੰਪਲੀਟਲੀ ਆਊਟਸਾਈਡ ਇਹਨੂੰ ਰਿਜੈਕਟ ਕਰਨਾ, ਜਾਂ ਪਾਰਸ਼ਲ ਹੈ ਤਾਂ ਕਿਹੜਾ ਪਾਰਸ਼ਲ ਪੁਆਇੰਟ ਅਸੀਂ ਰੱਖਾਂਗੇ, ਮਤਲਬ ਇੰਨਾ ਹਿੱਸਾ ਅਸੀਂ ਰੱਖਾਂਗੇ, ਇੰਨੇ ਕੁ ਨੂੰ ਅਸੀਂ ਡਿਟੈਕਟ ਕਰ ਦਿਆਂਗੇ ਨਾ ਛੱਡ ਦਿਆਂਗੇ। ਤਾਂ ਉਹ ਡਿਸੀਜ਼ਨ ਦੇ ਲਈ ਇੱਕ ਹੋਰ ਐਲਗੋਰਿਦਮ ਬਣਾਏਗੀ ਜਿਹਨੂੰ ਕਿ 1984 ਦੇ ਵਿੱਚ ਜੋ ਡੋਂਗ ਲਿਆਂਗ ਅਤੇ ਬ੍ਰੇਨ ਏ ਸਕਾਈ ਦੁਆਰਾ ਬਣਾਇਆ ਗਿਆ ਸੀ, ਤਾਂ ਹੀ ਉਹਨਾਂ ਦੇ ਨਾਮ ਦੇ ਉੱਪਰ ਹੀ ਇਸ ਐਲਗੋਰਿਦਮ ਦਾ ਨਾਮ ਰੱਖਿਆ। ਇਹ ਆਲਰੇਡੀ ਇੱਕ ਐਲਗੋਰਿਦਮ ਹੈ, ਸਾਈਰਸ ਬੈਕ ਐਲਗੋਰਿਦਮ, ਉਸ ਦੀ ਹੀ ਐਕਸਟੈਂਸ਼ਨ ਹੈ। ਅਤੇ ਕੋਹਨ ਸਦਰਲੈਂਡ ਐਲਗੋਰਿਦਮ ਜੋ ਅਸੀਂ ਕੀਤੀ ਹੈ ਪਿਛਲੀ ਵੀਡੀਓਜ਼ ਦੇ ਵਿੱਚ, ਉਸ ਤੋਂ ਐਫੀਸ਼ੀਐਂਟ ਐਲਗੋਰਿਦਮ ਹੈ ਕਿਉਂਕਿ ਇਸ ਦੇ ਵਿੱਚ ਕੈਲਕੂਲੇਸ਼ਨਸ ਵਗੈਰਾ ਘੱਟ ਪੈ ਰਹੀਆਂ, ਤੁਹਾਨੂੰ ਇੰਟਰਸੈਕਸ਼ਨ ਪੁਆਇੰਟਸ ਘੱਟ ਵਾਰ ਕੈਲਕੂਲੇਟ ਕਰਨੇ ਪੈ ਰਹੇ ਆ। ਅਤੇ ਇਹ ਜਿਹੜੀ ਐਲਗੋਰਿਦਮ ਹੈ ਇਹ ਵੀ ਤੁਹਾਡੀ ਪੈਰਾਮੀਟਰਿਕ ਇਕੁਏਸ਼ਨ, ਜਿਹੜੀ ਆਹ ਵਾਲੀ ਪੈਰਾਮੀਟਰਿਕ ਇਕੁਏਸ਼ਨ ਸ਼ੁਰੂ ਦੇ ਵਿੱਚ ਕੀਤੀ ਸੀਗੀ, x1 ਪਲੱਸ ਯੂ ਡੈਲਟਾ ਐਕਸ ਅਤੇ ਇੱਦਾਂ ਹੀ y1 ਪਲੱਸ ਯੂ ਡੈਲਟਾ ਵਾਈ ਦੇ ਉੱਪਰ ਹੀ ਬੇਸਡ ਹੈ, ਜਿਹਦੇ ਵਿੱਚ ਜਿਹੜੀ ਸਾਡੀ ਯੂ ਦੀ ਵੈਲਿਊ ਆ ਉਹ ਗ੍ਰੇਟਰ ਦੈਨ ਇਕੁਅਲਸ ਟੂ 0 ਅਤੇ ਜਾਂ ਲੈਸ ਦੈਨ ਇਕੁਅਲਸ ਟੂ 0 ਹੀ ਰਹੂਗੀ। ਹੁਣ ਇਹਦੇ ਵਿੱਚ ਕੰਮ ਕੀਤਾ ਕਿਵੇਂ ਜਾਂਦਾ, ਇਹ ਜਿਹੜੀ ਤੁਹਾਡੀ ਪੁਆਇੰਟ ਕਲਿੱਪਿੰਗ ਦੀ ਐਲਗੋਰਿਦਮ, ਜੇਕਰ ਤੁਹਾਡੇ ਯਾਦ ਹੈ ਕਿ ਅਸੀਂ ਇੱਕ ਪੁਆਇੰਟ ਚੈੱਕ ਕਰਨਾ ਸਿਰਫ ਵੀ ਉਹ ਪੁਆਇੰਟ ਬਾਊਂਡਰੀ ਦੇ ਵਿੱਚ ਹੈ ਜਾਂ ਨਹੀਂ ਹੈ, ਤਾਂ ਆਪਾਂ ਕੀ ਕਰਦੇ ਸੀ ਬੇਟਾ ਕਿ ਸਪੋਜ਼ ਆਹ ਬਾਊਂਡਰੀ ਹੈ, ਆਹ ਐਕਸ ਦੀ ਸਾਡੀ ਮਿਨ ਹੁੰਦੀ ਹੈ, ਆਹ ਐਕਸ ਦੀ ਸਾਡੀ ਮੈਕਸ ਹੁੰਦੀ ਹੈ, ਠੀਕ ਹੈ, ਇਹ ਸਾਡੀ ਵਾਈ ਦੀ ਮੈਕਸ ਹੁੰਦੀ ਹੈ, ਇਹ ਸਾਡੀ ਵਾਈ ਦੀ, ਇੱਥੇ ਸਾਡੀ ਵਾਈ ਦੀ ਆਹ ਮੈਕਸ ਹੈ ਤਾਂ ਆਹ ਵਾਈ ਦੀ ਮਿਨ ਹੈ, ਠੀਕ ਹੈ। ਜੇ ਮੈਂ ਚੈੱਕ ਕਰਨਾ ਇਹ ਪੁਆਇੰਟ ਵਿੱਚ ਹੈ ਤਾਂ ਮੈਂ ਕੀ ਕਹੂੰਗੀ, ਤਾਂ ਮੈਂ ਇਹੀ ਕਹੂੰਗੀ ਨਾ, ਸਪੋਜ਼ ਕਰੋ ਇਹ ਮੇਰਾ ਪੁਆਇੰਟ ਜਿਹੜਾ ਐਕਸ ਵਾਈ 'ਤੇ ਹੈ, ਤਾਂ ਮੈਂ ਕੀ ਕਹੂੰਗੀ, ਮੇਰਾ ਜਿਹੜਾ ਐਕਸ ਆ ਉਹ ਮੇਰੇ ਐਕਸ ਮਿਨ ਤੋਂ ਵੱਡਾ ਹੋਵੇ ਜਾਂ ਬਰਾਬਰ ਹੋਵੇ, ਅਤੇ ਜਿਹੜਾ ਮੇਰਾ ਐਕਸ ਮੈਕਸ ਹੈਗਾ ਉਹਦੇ ਤੋਂ ਛੋਟਾ ਹੋਵੇ ਜਾਂ ਉਹਦੇ ਬਰਾਬਰ ਹੋਵੇ। ਇਹੀ ਕਹਾਂਗੇ ਨਾ ਆਪਾਂ, ਕਿਵੇਂ ਪਤਾ ਲੱਗੂ ਵਿੱਚ ਹੈ, ਯਾਨੀ ਕਿ ਐਕਸ ਜਿਹੜੀ ਬਾਊਂਡਰੀ ਦੀ ਮਿਨ ਦੀ ਵੈਲਿਊ ਤੋਂ ਵੱਡਾ ਹੋਵੇ, ਮੈਕਸ ਦੀ ਵੈਲਿਊ ਤੋਂ ਛੋਟਾ ਜਾਂ ਬਰਾਬਰ ਹੋਵੇ, ਹੈ ਨਾ, ਤਾਂ ਆਪਾਂ ਕਹਾਂਗੇ ਐਕਸ ਵਿੱਚ ਹੈ। ਇੱਦਾਂ ਹੀ ਵਾਈ ਲਈ ਵੀ ਅਸੀਂ ਕਹਿੰਦੇ ਹੁੰਦੇ ਹਾਂ ਕਿ ਜੇ ਵਾਈ ਮਿਨ ਤੋਂ, ਆਹ ਸਪੋਜ਼ ਕਰੋ ਵਾਈ ਆ ਮੇਰਾ ਪੁਆਇੰਟ, ਆਪਾਂ ਇਹੀ ਕਹਾਂਗੇ ਨਾ ਕਿ ਜੇ ਮੇਰੇ ਵਾਈ ਮਿਨ ਤੋਂ ਮੇਰਾ ਪੁਆਇੰਟ ਵੱਡਾ ਜਾਂ ਇਕੁਅਲ ਟੂ ਆ ਅਤੇ ਵਾਈ ਮੈਕਸ ਤੋਂ ਛੋਟਾ ਜਾਂ ਇਕੁਅਲ ਟੂ, ਤਾਂ ਵੀ ਅਸੀਂ ਕਹਾਂਗੇ ਜਿਹੜਾ ਸਾਡਾ ਪੁਆਇੰਟ ਹੈ ਉਹ ਲਾਈਨ ਦੇ ਵਿੱਚ ਹੈ। ਅਤੇ ਇਹੀ ਪੁਆਇੰਟ ਦੀ ਜਿਹੜੀ ਐਲਗੋਰਿਦਮ ਹੈ ਇਸ ਨੂੰ ਯੂਜ਼ ਕਰਕੇ ਹੀ ਉਹਨਾਂ ਨੇ ਇੱਕ ਇਕੁਏਸ਼ਨ ਡਿਵੈਲਪ ਕੀਤੀ ਹੈ। ਤਾਂ ਆ ਗਈ ਤੁਹਾਡੀ ਪੁਆਇੰਟ ਦੀ ਕਲਿੱਪਿੰਗ ਐਲਗੋਰਿਦਮ, ਜਿਹੜੀ ਮੈਂ ਕਿਹਾ ਕਿ ਜੇ ਸਾਡੇ ਪੁਆਇੰਟ ਐਕਸ ਮਿਨ ਤੋਂ ਵੱਡਾ ਹੋਵੇ, ਮੈਕਸ ਤੋਂ ਛੋਟਾ ਹੋਵੇ ਜਾਂ ਇਕੁਅਲ ਹੋਵੇ, ਇੱਦਾਂ ਵਾਈ ਮਿਨ ਤੋਂ ਵੱਡਾ ਜਾਂ ਇਕੁਅਲ ਹੋਵੇ ਜਾਂ ਵਾਈ ਮੈਕਸ ਤੋਂ ਛੋਟਾ ਜਾਂ ਇਕੁਅਲ ਹੈ, ਮਤਲਬ ਇਹਦੇ ਇਨ ਬਿਟਵੀਨ ਕਿਤੇ ਲਾਈ ਕਰ ਰਿਹਾ, ਤਾਂ ਅਸੀਂ ਕਹਿੰਦੇ ਹਾਂ ਪੁਆਇੰਟ ਵਿੱਚ ਹੈ। ਉਸੇ ਇਕੁਏਸ਼ਨ ਦੇ ਵਿੱਚ ਇਹਨਾਂ ਨੇ ਫਿਰ ਕੀ ਕੀਤਾ, ਤੁਹਾਡੀ ਜਿਹੜੀ ਪੈਰਾਮੀਟਰਿਕ ਇਕੁਏਸ਼ਨ ਆ ਉਹਦੀ ਵੈਲਿਊ ਪੁੱਟ ਕੀਤੀ ਹੈ, ਯਾਨੀ ਕਿ ਹੁਣ ਅਸੀਂ ਐਕਸ ਨਾ ਲਿਖ ਕੇ ਪੁੱਤ ਅਸੀਂ ਇੱਥੇ ਤੁਹਾਡੀ ਪੈਰਾਮੀਟਰਿਕ ਇਕੁਏਸ਼ਨ ਦੀ ਵੈਲਿਊ ਨੂੰ ਪੁੱਟ ਕਰਤਾ, ਜਿਹੜੀ ਅਸੀਂ ਪਿੱਛੇ ਦੇਖੀ ਸੀ। ਉਹੀ ਪੈਰਾਮੀਟਰਿਕ ਦੀ ਇਕੁਏਸ਼ਨ ਪੁੱਟ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਇਸ ਤਰ੍ਹਾਂ ਦੀ ਇਕੁਏਸ਼ਨ ਬਣਾ ਲਈ, ਇਸ ਇਕੁਏਸ਼ਨ ਨੂੰ ਕਰਕੇ ਘੁਮਾ ਕੇ, ਕਲੀਅਰ। ਤਾਂ ਆਹ ਇੱਕ ਸਾਡੇ ਕੋਲ ਇਕੁਏਸ਼ਨ ਬਣੀ, ਜੇ ਇੱਥੋਂ ਤੱਕ ਕਲੀਅਰ ਹੈ। ਤਾਂ ਹੁਣ ਇਹ ਇਕੁਏਸ਼ਨ ਬਣਨ ਤੋਂ ਬਾਅਦ ਫਿਰ ਅੱਗੇ ਜੋ ਮੇਨ ਇਹ ਯੂਜ਼ ਕਰ ਰਹੇ ਆ ਉਹ ਐਸੇ ਹੀ ਜਿਹੜੀਆਂ ਇਨਇਕੁਐਲਿਟੀਜ਼ ਨੇ, ਇਹਨਾਂ ਨੂੰ ਇੱਕ ਜਰਨਲ ਫਾਰਮ, ਜਿਹੜੀਆਂ ਆਹ ਵਾਲੀਆਂ ਉੱਪਰ ਇਨਇਕੁਐਲਿਟੀਜ਼ ਇਹਨਾਂ ਨੇ ਡਿਵੈਲਪ ਕੀਤੀਆਂ, ਤਾਂ ਉਸੇ ਹੀ ਇਨਇਕੁਐਲਿਟੀਜ਼ ਨੇ ਇੱਕ ਜਰਨਲ ਫਾਰਮ ਦੇ ਵਿੱਚ ਲਿਖਿਆ, UPI ਲੈਸ ਦੈਨ ਇਕੁਅਲ ਟੂ QI, ਜਿੱਥੇ I ਦੀ ਵੈਲਿਊ ਅਸੀਂ 1 2 3 4 ਬਾਊਂਡਰੀ ਅਕੋਰਡਿੰਗ ਲੈ ਰਹੇ ਹਾਂ। ਇਹ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਜ਼ਿਆਦਾ ਕਲੀਅਰ ਹੋਊਗੀ। ਇੱਕ ਵਾਰ ਆਪਾਂ ਸ਼ੁਰੂ ਕਰਦੇ ਹਾਂ, ਬਾਅਦ ਦੇ ਵਿੱਚ ਤੁਸੀਂ ਵਾਪਸ ਵੀਡੀਓ ਬੈਕ ਕਰਕੇ ਦੇਖਿਓ। ਤਾਂ ਹੁਣ ਜਿਵੇਂ ਤੁਹਾਨੂੰ ਮੈਂ ਕਿਹਾ 1 2 3 4 ਹੋਰ ਕੁਛ ਨਹੀਂ, ਇੱਕ ਬਾਊਂਡਰੀ ਦੀ ਵੈਲਿਊ ਹੋਊਗੀ, ਜਿਵੇਂ ਜਿਹੜਾ 1 ਲੈ ਰਹੇ ਹਾਂ ਆਪਾਂ ਤੋਂ ਲੈਫਟ ਲਈ ਲੈ ਰਹੇ ਹਾਂ ਅਸੀਂ, 2 ਅਸੀਂ ਰਾਈਟ ਲਈ ਲੈ ਰਹੇ ਹਾਂ, 3 ਅਸੀਂ ਬੋਟਮ ਲਈ ਅਤੇ 4 ਅਸੀਂ ਟੌਪ ਲਈ ਲੈ ਰਹੇ ਹਾਂ। ਤਾਂ ਹਰ ਵਾਰ ਅਸੀਂ ਕਰਨਾ ਕੀ ਹੈ, ਇਕੁਏਸ਼ਨ ਦੇ ਵਿੱਚ ਅਸੀਂ PI QI ਕੈਲਕੂਲੇਟ ਕਰੀ ਜਾਵਾਂਗੇ। I ਮਤਲਬ ਵੀ ਇੱਕ ਲਈ, ਜੇ ਇੱਕ ਹੈ P ਇੱਕ ਹੈ ਤਾਂ Q1 ਨੂੰ ਵੀ ਅਸੀਂ ਕੰਪਿਊਟ ਕਰਾਂਗੇ, ਐਵੇਂ P2 Q2 ਕੰਪਿਊਟ ਉਹਦੇ ਅਕੋਰਡਿੰਗ, 3 ਅਕੋਰਡਿੰਗ, 4 ਅਕੋਰਡਿੰਗ, ਤਾਂ ਅਸੀਂ I ਵਰਡ ਯੂਜ਼ ਕਰ ਰਹੇ ਹਾਂ। ਮਤਲਬ ਅਸੀਂ P ਦੀ ਅਤੇ Q ਦੀ ਵੈਲਿਊਜ਼ ਕੰਪਿਊਟ ਕਰਾਂਗੇ, ਅੱਗੇ ਜਾ ਕੇ ਇੱਕ R ਦੀਆਂ ਵੈਲਿਊਜ਼ ਕੰਪਿਊਟ ਕਰਾਂਗੇ, ਠੀਕ ਹੈ। ਫਿਰ ਅੱਗੇ ਇੱਕ U1 U2 ਅਸੀਂ ਦੋ ਵਰਡਸ ਲਵਾਂਗੇ, ਉਹਨਾਂ ਦੀਆਂ ਵੈਲਿਊਜ਼ ਕੰਪਿਊਟ ਕਰਾਂਗੇ, ਐਸੇ ਅਕੋਰਡਿੰਗ ਅਸੀਂ ਵੈਲਿਊਜ਼ ਫਾਈਂਡ ਆਊਟ ਕਰਦੇ ਰਹਾਂਗੇ। ਤਾਂ ਹੁਣ ਜੋ ਤੁਸੀਂ ਧਿਆਨ 'ਚ ਰੱਖਣਾ ਕਿ ਜਿਹੜੀ P1 ਹੈ ਸਾਡੀ ਉਹ ਲੈਫਟ ਲਈ ਜਾਂਦੀ ਹੈ, ਤਾਂ ਉਹਦੀ ਵੈਲਿਊ ਕੰਪਿਊਟ ਕੀਤੀ ਜਾਊਗੀ ਮਾਈਨਸ ਡੈਲਟਾ ਐਕਸ। ਮਾਈਨਸ ਡੈਲਟਾ ਐਕਸ ਤੁਸੀਂ ਸਮਝਦੇ ਹੋ, ਡੈਲਟਾ ਐਕਸ ਕੀ ਹੁੰਦਾ ਗਾ, x2 ਮਾਈਨਸ x1। ਹੁਣ ਜੇ ਮਾਈਨਸ ਅੱਗੇ ਤਾਂ ਇਹਦੇ ਅੱਗੇ ਮਾਈਨਸ ਲਾ ਦਿਓ, ਇੱਦਾਂ ਹੀ ਪੁੱਤ, ਓਕੇ। ਇਹਦੇ ਅਕੋਰਡਿੰਗ ਫਿਰ Q1 ਦੀ ਕੰਪਿਊਟ ਕਰਿਓ, ਉਹਦੀ ਇਹਨਾਂ ਨੇ ਦੱਸੀ ਹੋਈ ਹੈ ਵੈਲਿਊ। ਫਿਰ ਚੱਕੋ ਰਾਈਟ ਦੀ ਵੈਲਿਊ ਜੋ ਕਿ P2 ਡੈਲਟਾ ਐਕਸ ਦੇ ਬਰਾਬਰ ਹੈ, ਉਹਦੇ ਅਕੋਰਡਿੰਗ ਤੁਸੀਂ ਕੰਪਿਊਟ ਕਰਨਾ ਤੁਹਾਡਾ
Q2, फिर बॉटम की वैल्यू P3 की, ਉਹਦੇ ਅਕੋਰਡਿੰਗ Q3 ਦੀ, P4 Q4 ਦੀ ਵੈਲਿਊ। ਕਲੀਅਰ ਹੈ। ਇਹ ਵੈਲਿਊਜ਼ ਕੰਪਿਊਟ ਕਰਨ ਤੋਂ ਬਾਅਦ ਆਪਾਂ ਕੀ ਕਰਨਾ, ਫਿਰ ਆਬਜ਼ਰਵੇਸ਼ਨਸ ਦੇਖਣੀਆਂ। ਤੇ ਆਬਜ਼ਰਵੇਸ਼ਨਸ ਕੀ ਦੇਖਣੀਆਂ ਕਿ ਜੇ ਜਿਹੜੀ ਤੁਹਾਡੀ PI ਹੈ, PI ਮਤਲਬ ਕੋਈ ਵੀ PI, P1 2 3 4 ਕੋਈ ਵੀ PI ਜੇ 0 ਦੇ ਇਕੁਅਲ ਆ ਜਾਂਦੀ ਹੈ, ਦੈਟ ਮੀਨਸ ਜੋ ਤੁਹਾਡੀ ਲਾਈਨ ਹੈ ਉਹ ਤੁਹਾਡੀ ਬਾਉਂਡਰੀ ਦੇ ਪੈਰਲਲ ਜਾ ਰਹੀ ਹੈ। ਆਈ ਮਤਲਬ ਦੇਖੋ ਵੀ ਜੇ 1 ਮਤਲਬ ਵੀ ਲੈਫਟ ਬਾਉਂਡਰੀ ਦੇ ਇਕੁਅਲ ਜਾ ਰਹੀ ਹੈ। ਜੇ ਮੰਨ ਲਓ ਇੱਥੇ ਮੇਰੇ P2 0 ਆਵੇ, P2 ਮੇਰੀ 0 ਆਊਗੀ, ਤਾਂ ਇਹਦਾ ਮਤਲਬ ਮੇਰੀ ਲਾਈਨ ਪੈਰਲਲ ਹੈ। ਤੇ ਪੈਰਲਲ ਵੀ ਕਿਹੜੀ ਬਾਉਂਡਰੀ ਦੇ ਆ, ਰਾਈਟ ਬਾਉਂਡਰੀ ਦੇ ਪੈਰਲਲ ਆ। ਧਿਆਨ ਨਾਲ ਸਮਝੋ ਬੇਟਾ, ਠੀਕ ਹੈ। ਤਾਂ P0 ਅਕੋਰਡਿੰਗ ਫਿਰ ਅਸੀਂ ਡਿਸਾਈਡ ਕਰਨਾ ਹੁੰਦਾ ਕਿ ਲਾਈਨ ਸਾਡੀ ਪੈਰਲਲ ਹੈ ਜਾਂ ਨਹੀਂ ਹੈ। ਮੈਂ ਇਹ ਨਹੀਂ ਕਹਿ ਰਹੀ ਉਹ ਅੰਦਰ ਹੈ, ਮੈਂ ਸਿਰਫ ਕਿਹਾ ਉਹ ਪੈਰਲਲ ਹੈ। ਪੈਰਲਲ ਇਨ ਦਾ ਸੈਂਸ ਉਹ ਹੋ ਸਕਦਾ ਅੰਦਰ ਪੈਰਲਲ ਆ। ਜਿਵੇਂ ਦੇਖੋ ਬੇਟਾ, ਆਹ ਜਿਹੜੀ ਮੇਰੀ ਹੈਗੀ ਵੇਟ, ਆਹ ਬਲੂ ਵਾਲੀ ਜਿਹੜੀ ਮੇਰੀ ਹੈ ਉਹ ਬਾਉਂਡਰੀ ਆ। ਆ ਬਲੂ ਮੇਰੀ ਬਾਉਂਡਰੀ ਹੈ ਨਾ, ਵਿੰਡੋ ਦੀ ਬਾਉਂਡਰੀ ਹੈ, ਠੀਕ ਹੈ। ਤਾਂ ਹੁਣ ਮੇਰੀ ਕੋਈ ਲਾਈਨ ਹੈ, ਸਪੋਜ਼ ਕਰੋ ਆ ਮੇਰੀ ਲਾਈਨ ਹੈ ਤਾਂ ਇਹ ਵੀ ਪੈਰਲਲ ਮੇਰੇ ਇਸ ਬਾਉਂਡਰੀ ਦੇ ਪੈਰਲਲ ਆ। ਚੈੱਕ ਕਰ ਲਿਓ ਤੁਸੀਂ, ਠੀਕ ਹੈ। ਬਟ ਹੈ ਤਾਂ ਬਾਹਰ। ਅੱਛਾ, ਹੁਣ ਜੇ ਮੈਂ ਦੁਬਾਰਾ ਲਾਈਨ ਲਾਵਾਂ, ਜਿਹੜੀ ਮੈਂ ਆਹ ਲਾਈਨ ਲਾਈ ਹੈ ਅੰਦਰ, ਇਹ ਵੀ ਪੈਰਲਲ ਹੈ ਬਟ ਇਨਸਾਈਡ ਹੈ। ਯਾਨੀ ਕਿ ਸਿਰਫ P0 ਹੋਣ 'ਤੇ ਮੈਂ ਸਿਰਫ ਇਹ ਦੱਸੂੰਗੀ ਲਾਈਨ ਪੈਰਲਲ ਹੈ ਜਾਂ ਨਹੀਂ ਹੈ, ਕਿਹੜੀ ਬਾਉਂਡਰੀ ਦੇ ਉਹ ਪੈਰਲਲ ਹੈ। ਫਿਰ ਉਸ ਤੋਂ ਬਾਅਦ Q ਦੀ ਵੈਲਿਊ ਕੱਢੀ ਜਾਊਗੀ, ਉਸੇ Q ਦੀ। ਜੇ ਮੰਨ ਲਓ ਮੇਰੀ P2 0 ਆਈ ਹੈ, ਠੀਕ ਹੈ, ਤਾਂ ਮੈਂ Q2 ਅਕੋਰਡਿੰਗ ਹੀ ਦੇਖੂੰਗੀ ਕਿ ਲਾਈਨ ਇਨਸਾਈਡ ਹੈ ਕਿ ਆਊਟਸਾਈਡ ਹੈ। ਮੈਂ ਸਿਰਫ ਪੈਰਲਲ ਕਿਹਾ ਕਿ P0 ਦੁਬਾਰਾ ਬੋਲੇ ਬੇਟਾ, P0 ਮੇਰੀ 0 ਆਉਂਦੀ ਹੈ, ਸੌਰੀ P0 ਨਹੀਂ, ਮੇਰੀ P ਦੀ ਕੋਈ ਵੀ ਵੈਲਿਊ ਜੇ 0 ਆਉਂਦੀ ਹੈ, ਦੈਟ ਮੀਨਸ ਲਾਈਨ ਮੇਰੀ ਬਾਉਂਡਰੀ ਦੇ ਪੈਰਲਲ ਆ। ਬਟ ਇਨਸਾਈਡ ਹੈ ਕਿ ਆਊਟਸਾਈਡ ਆ, ਉਹ ਡਿਸਾਈਡ ਕਰੂਗਾ ਉਹਦੇ ਹੀ ਕੋਰਸਪੋਂਡਿੰਗ ਉਹਦਾ Q। ਹੁਣ Q ਨੇ ਕੀ ਦੱਸਣਾ, ਫਿਰ ਅਸੀਂ Q ਕੈਲਕੂਲੇਟ ਕੀਤਾ। Q ਨੇ ਸਾਨੂੰ ਦੱਸਿਆ ਕਿ ਜੇਕਰ ਜਿਹੜਾ ਤੁਹਾਡਾ Q ਹੈ ਉਹ ਲੈਸ ਦੈਨ 0 ਆ ਰਿਹਾ, ਦੈਟ ਮੀਨਸ ਲਾਈਨ ਕੰਪਲੀਟਲੀ ਆਊਟਸਾਈਡ ਹੈ, ਡਿਸਕਾਰਡ ਕਰ ਦਿਓ। ਕਲੀਅਰ ਹੈ। P0 ਜੇ ਮੇਰੀ 0 ਸੀ ਤੇ ਮੇਰਾ Q ਵੀ ਉਹੀ Q ਆਈ ਵੀ ਮੇਰਾ ਜਿਹੜਾ ਲੈਸ ਦੈਨ 0 ਆ ਗਿਆ, ਦੈਟ ਮੀਨਸ ਲਾਈਨ ਮੇਰੀ ਪੈਰਲਲ ਆ ਬਟ ਪੂਰੀ ਦੀ ਪੂਰੀ ਬਾਹਰ ਹੈ, ਛੱਡ ਦਿਓ। ਹੁਣ ਕਿਹੜੀ ਬਾਉਂਡਰੀ ਦੇ ਪੈਰਲਲ ਆ ਉਹ ਤੁਹਾਨੂੰ I ਦੀ ਵੈਲਿਊ ਦੱਸੂਗੀ, 1 2 3 4 ਤੁਸੀਂ ਜਿਹੜੀ ਵੀ ਕੱਢ ਰਹੇ ਹੋ, ਠੀਕ ਹੈ। ਇੱਦਾਂ ਹੀ ਬੇਟਾ, ਜੇ ਮੇਰੀ P ਜਿਹੜੀ ਹੈਗੀ ਆ ਉਹ ਜੇ ਮੇਰੀ P0 ਆ ਗਈ ਸੀ ਬਟ ਮੇਰਾ ਜਿਹੜੀ Q ਆਈ ਦੀ ਵੈਲਿਊ ਗ੍ਰੇਟਰ ਦੈਨ ਇਕੁਅਲ ਟੂ 0 ਆਈ ਹੈ, ਲਾਈਨ ਇਨਸਾਈਡ ਦਾ ਬਾਉਂਡਰੀ ਹੈ। ਅੱਗੇ ਲਈ ਉਹਨੂੰ ਹੋਰ ਚੈੱਕ ਕਰ ਲਓ। ਕਲੀਅਰ ਹੈ। ਓਕੇ, ਇਹ ਹੋਇਆ ਪਹਿਲਾ ਕੇਸ ਜਦੋਂ ਮੇਰੀ P ਜਿਹੜੀ ਸੀ ਉਹ 0 ਸੀ। ਤੁਸੀਂ ਕੇਸਿਸ ਅਲੱਗ-ਅਲੱਗ ਬਣਾ ਕੇ ਲਿਖ ਲਿਓ। ਹੁਣ ਮੇਰਾ ਦੂਜਾ ਕੇਸ ਹੁੰਦਾ ਪੁੱਤ, ਜਦੋਂ ਮੇਰੀ P 0 ਨਾ ਹੋਊਗੀ ਤਾਂ ਫਿਰ ਜਾਂ 0 ਤੋਂ ਛੋਟੀ ਹੋਊ ਜਾਂ 0 ਤੋਂ ਵੱਡੀ ਹੋਊਗੀ। ਹੁਣ ਜੇ ਮੇਰੀ PI ਦੀ ਵੈਲਿਊ 0 ਤੋਂ ਛੋਟੀ ਆ, ਨੈਗੇਟਿਵ ਆ ਰਹੀ ਹੈ ਮੇਰੀ ਵੈਲਿਊ, ਦੈਟ ਮੀਨਸ ਉਹ ਮੇਰੀ ਲਾਈਨ ਜਿਹੜੀ ਹੈਗੀ ਆ ਆਊਟਸਾਈਡ ਤੋਂ ਇਨਸਾਈਡ ਆ ਰਹੀ ਹੈ। ਤੇ ਜੇ ਮੇਰੀ ਜਿਹੜੀ ਵੈਲਿਊ ਆ ਪੁੱਤ ਉਹ ਗ੍ਰੇਟਰ ਦੈਨ 0, ਉਹ ਇਨਸਾਈਡ ਤੋਂ ਆਊਟਸਾਈਡ ਜਾ ਰਹੀ ਹੈ ਉਸੇ ਬਾਉਂਡਰੀ ਦੇ। ਬਾਉਂਡਰੀ ਮਤਲਬ I ਦੀ ਵੈਲਿਊ ਤੋਂ ਪਤਾ ਲੱਗੂ ਲੈਫਟ ਦੇ, ਰਾਈਟ ਦੇ, ਟੌਪ ਦੇ, ਬਾਟਮ ਦੇ, ਕਿਹਦੀ ਗੱਲ ਕਰ ਰਹੇ ਅਸੀਂ, ਠੀਕ ਹੈ। ਤੇ ਲਾਸਟ ਕੇਸ ਜਦੋਂ PI ਨਾਟ ਇਕੁਅਲ ਟੂ 0 ਆ, ਜਿਹੜੀ ਅਸੀਂ ਗੱਲ ਕਰ ਰਹੇ। ਹੁਣ ਦੇਖੋ, ਜਦੋਂ ਵੀ PI ਨਾਟ ਇਕੁਅਲ ਟੂ 0 ਆਈ, ਆਹ ਵਾਲੇ ਦੋ ਕੇਸਿਸ ਦੇ ਵਿੱਚ ਹੀ PI ਨਾਟ ਇਕੁਅਲ ਟੂ 0 ਆ ਨਾ, ਉੱਪਰਲਾ ਕੇਸ ਦਾ ਸੀ P ਇਕੁਅਲ ਟੂ 0। ਜਦੋਂ ਵੀ PI ਨਾਟ ਇਕੁਅਲ ਟੂ 0 ਆ, ਉਦੋਂ ਦੇ ਅਸੀਂ ਇੰਟਰਸੈਕਸ਼ਨ ਪੁਆਇੰਟ ਕੈਲਕੂਲੇਟ ਕਰਾਂਗੇ, ਜਿਹਨੂੰ ਅਸੀਂ RK ਕਹਿ ਰਹੇ ਹਾਂ। ਹੁਣ RK ਕੈਲਕੂਲੇਟ ਕਰਨ ਦਾ ਤਰੀਕਾ ਹੁੰਦਾ ਗਾ QK ਡਿਵਾਈਡਡ ਬਾਈ PK। ਮਤਲਬ ਜੇ P1 ਦੀ ਗੱਲ ਕਰ ਰਹੇ ਅਸੀਂ ਤਾਂ ਇੱਥੇ Q ਦੀ 1 ਦੀ ਵੈਲਿਊ, PK ਦੀ 1 ਦੀ ਵੈਲਿਊ, R1 ਦੀ ਅਸੀਂ ਕੰਪਿਊਟ ਕਰ ਲਾਂਗੇ 1 2 3 4 ਉਹੀ ਅਕੋਰਡਿੰਗ, ਠੀਕ ਹੈ। ਇਹ ਜਸਟ ਅਸੀਂ ਨਾਮ ਰੱਖ ਰਹੇ ਕਿਉਂਕਿ ਅਸੀਂ ਬਾਉਂਡਰੀ ਰੈਕੋਗਨਾਈਜ਼ ਕਰਨੀ ਹੁੰਦੀ ਕਿ 1 ਮਤਲਬ ਲੈਫਟ ਹੈ ਨਾ। ਤਾਂ ਅਸੀਂ RK ਦੀ ਵੈਲਿਊ ਕੰਪਿਊਟ ਕੀਤੀ। ਹੁਣ RK ਦੀ ਵੈਲਿਊ ਕੰਪਿਊਟ ਕਰਨ ਤੋਂ ਬਾਅਦ ਤੁਹਾਡੇ ਕੋਲ ਦੋ ਪੈਰਾਮੀਟਰਸ ਬਣ ਰਹੇ ਬੇਟਾ, Q1 ਤੇ Q2। Q1 ਤੁਸੀਂ ਕੈਲਕੂਲੇਟ ਕਰੋਗੇ, ਆਹ ਵਾਲਾ ਕਿਹੜਾ ਮੈਕਸ RK ਚੱਕੋਗੇ। ਮੈਂ ਦੁਬਾਰਾ ਬੋਲੂੰਗੀ ਤੁਹਾਨੂੰ, ਬਾਕੀ ਐਗਜ਼ਾਮਪਲ ਦੇ ਜ਼ਿਆਦਾ ਕਲੀਅਰ ਹੋ। Q2 ਤੁਸੀਂ ਮਿਨ RK ਚੱਕਣਾ। ਮਿਨ RK ਕਿਉਂ, ਮਤਲਬ ਇੱਥੇ ਵੀ ਦੇਖੋ ਨਾ, ਜੇ ਮੇਰੀ PK ਲੈਸ ਦੈਨ 0 ਆ ਤਾਂ U1 ਕੱਢੋ, ਜੇ ਗ੍ਰੇਟਰ ਦੈਨ 0 ਆ U2 ਕੱਢੋ। ਤੇ U2 ਵੀ ਕਿਹੜਾ ਚੱਕਣਾ, ਮਿਨ ਚੱਕਣੀ ਹੈ, RK ਦੀ ਵੈਲਿਊ ਮਿਨੀਮਮ ਵੈਲਿਊ ਚੱਕਣੀ ਹੈ। ਤੇ ਜੇ ਮੇਰਾ U1 ਉਦੋਂ ਲੈਣਾ ਮੈਂ ਜਦੋਂ ਮੇਰੀ PK ਦੀ ਵੈਲਿਊ ਜਿਹੜੀ ਹੈਗੀ ਉਹ ਲੈਸ ਦੈਨ 0 ਆ, ਠੀਕ ਹੈ। ਤਾਂ ਉਦੋਂ ਤੁਸੀਂ ਮੈਕਸਿਮਮ ਵੈਲਿਊ ਚੱਕਣੀ ਹੈ RK ਦੀ। ਓਕੇ,
फिफ्थ केस, फिर U1 U2 ਕੱਢਣ ਤੋਂ ਬਾਅਦ B, ਓਕੇ, U1 U2 ਕੱਢਣ ਤੋਂ ਬਾਅਦ ਫਿਰ ਤੁਸੀਂ ਚੈੱਕ ਕਰੋਗੇ ਕਿ U1 ਗ੍ਰੇਟਰ ਆਇਆ U2 ਦੇ। ਜੇ ਗ੍ਰੇਟਰ ਆਇਆ ਲਾਈਨ ਨੂੰ ਰਿਜੈਕਟ ਕਰ ਦਿਓ ਕਿਉਂਕਿ ਕੰਪਲੀਟਲੀ ਆਊਟਸਾਈਡ ਹੈਗੀ ਹੈ। ਤੇ ਜੇਕਰ ਤੁਹਾਡਾ ਮਤਲਬ ਵੀ ਦੇਖੋ ਹੋ ਸਕਦਾ ਲਾਈਨ ਪੈਰਲਲ ਨਾ ਹੋਵੇ ਬਟ ਹੈ ਵੀ ਨਹੀਂ, ਇਨਸਾਈਡ ਵੀ ਤਾਂ ਨਹੀਂ ਹੈ ਨਾ। ਤਾਂ ਜੇ ਮੇਰਾ U1 ਵੱਡਾ ਆਇਆ U2 ਤੋਂ ਲਾਈਨ ਕੰਪਲੀਟਲੀ ਰਿਜੈਕਟ ਕਰੋ ਕਿਉਂਕਿ ਆਊਟਸਾਈਡ ਹੈ। ਜੇ ਮੇਰਾ U1 ਛੋਟਾ ਆ ਰਿਹਾ U2 ਤੋਂ ਤਾਂ ਤੁਸੀਂ ਕੀ ਕਰਨਾ, ਲਾਈਨ ਦੀ ਇੰਟਰਸੈਕਸ਼ਨ ਫਾਈਂਡ ਆਊਟ ਕਰਨੀ ਹੈ। ਕਿਵੇਂ? ਤੁਸੀਂ ਜਿਹੜੀ ਤੁਹਾਡੀ ਉਹ ਇਕੁਏਸ਼ਨ ਸੀ ਨਾ ਪੈਰਾਮੀਟਰਿਕ ਇਕੁਏਸ਼ਨ, ਉਸ ਦੇ ਵਿੱਚ U1 U2 ਦੀ ਵੈਲਿਊ ਪੁੱਟ ਕਰੋ। ਹੁਣ ਉਹ ਵੈਲਿਊ ਅਸੀਂ ਆਲਰੇਡੀ ਕੱਢੀ ਹੋਈ ਹੈ ਇੱਥੇ, ਉਹਦੇ 'ਚ U1 ਜਾਂ U2 ਦੀ ਵੈਲਿਊ ਅਸੀਂ ਡਿਸਾਈਡ ਕਰਾਂਗੇ, ਪੁੱਟ ਕਰਾਂਗੇ, ਓਕੇ ਆ। ਤਾਂ ਇੱਥੋਂ ਤੱਕ ਜਿਹੜਾ ਸਾਡਾ ਹਜੇ ਮੇਨ ਸੀਗਾ। 7th, ਜੇਕਰ ਤੁਹਾਡੇ U2 ਲੈਸ ਦੈਨ 0 ਆ ਜਾਂ U1 ਗ੍ਰੇਟਰ ਦੈਨ 0 ਆ ਤਾਂ ਵੀ ਅਸੀਂ ਲਾਈਨ ਨੂੰ ਕਰਨਾ ਰਿਜੈਕਟ। ਹੁਣ ਇੰਨੀ ਐਲਗੋਰਿਦਮ ਤੋਂ ਬਾਅਦ ਜਸਟ ਇੱਕ ਵਾਰ ਆਪਾਂ ਐਗਜ਼ਾਮਪਲ 'ਤੇ ਪਹੁੰਚਦੇ ਤੁਹਾਨੂੰ ਕਲੀਅਰ ਹੋਵੇ। ਸਪੋਜ਼ ਕਰੋ ਬੇਟਾ ਤੁਹਾਨੂੰ ਇੱਕ ਬਾਊਂਡਰੀ ਦੀਆਂ ਵੈਲਿਊਜ਼ ਦੇ ਦੀਆਂ ਕਿ ਇੱਕ ਬਾਊਂਡਰੀ ਹੈ ਜਿਹਦੀਆਂ ਆਹ ਵਾਲੀਆਂ ਵੈਲਿਊਜ਼ ਨੇ, ਉਹ ਵੈਲਿਊਜ਼ ਸਾਨੂੰ ਦਿੱਤੀਆਂ ਹੋਈਆਂ ਚਾਰੇ ਪੁਆਇੰਟਸ ਦੀਆਂ, ਠੀਕ ਹੈ। ਬਾਊਂਡਰੀ ਬਣ ਗਈ, ਸਾਡੀ ਵਿੰਡੋ ਬਣ ਗਈ, ਦੋ ਲਾਈਨ ਸੈਗਮੈਂਟਸ ਦੀਆਂ ਵੈਲਿਊਜ਼ ਦਿੱਤੀਆਂ, ਇੱਕ ਆਹ ਵਾਲੀ ਲਾਈਨ L1, ਇੱਕ ਆਹ ਲਾਈਨ L2, ਕਲੀਅਰ। ਇਹਨਾਂ ਨੂੰ ਦੇਣ ਤੋਂ ਬਾਅਦ ਹੁਣ ਤੁਸੀਂ ਕਰਨੀ ਹੈ ਕੈਲਕੂਲੇਸ਼ਨ ਵਗੈਰਾ ਜਾਂ ਡਿਸਕਾਰਡ ਕਰਨਾ, ਠੀਕ ਹੈ, ਜਿੱਦਾਂ ਵੀ। ਤਾਂ ਹੁਣ ਅਸੀਂ ਕੀ ਚੈੱਕ ਕੀਤਾ, ਪਹਿਲਾਂ ਅਸੀਂ ਚੈੱਕ ਕਰਦੇ ਹਾਂ, ਅੱਛਾ ਬਾਊਂਡਰੀ ਵੈਲਿਊ ਸਾਨੂੰ ਗਿਵਨ ਹੈ, L1 L2 ਦੀ ਸਾਨੂੰ ਵੈਲਿਊਜ਼ ਗਿਵਨ ਹੈ, x1 y1 x2 y2 ਸਾਨੂੰ ਗਿਵਨ ਹੈਗਾ। ਹੁਣ ਤੁਸੀਂ ਪਹਿਲਾਂ ਸਿਰਫ L1 ਲਾਈਨ ਲਈ P1 ਦੀਆਂ ਵੈਲਿਊਜ਼ ਕੰਪਿਊਟ ਕਰੋ। ਤਾਂ P1 ਦੀਆਂ ਵੈਲਿਊਜ਼ ਜੋ ਆਪਣੇ ਕੋਲ ਫਾਰਮੂਲਾ ਉਧਰ ਬੈਕ 'ਤੇ ਸੀਗਾ, ਬੈਕ 'ਤੇ ਪੁੱਤ ਫਾਰਮੂਲਾ ਧਿਆਨ 'ਚ ਜ਼ਰੂਰ ਰੱਖਿਓ, ਬੁੱਕ ਓਪਨ ਕਰਕੇ ਰੱਖਣੀ ਸਮਝਣ ਲੱਗੇ। ਆਹ ਤੁਹਾਨੂੰ ਆਲਰੇਡੀ ਫਾਰਮੂਲੇ ਦੱਸੇ ਹੋਏ ਆ ਮੈਂ, ਓਕੇ। ਤੁਸੀਂ P ਦੀਆਂ ਚਾਰੇ ਵੈਲਿਊਜ਼ ਕੰਪਿਊਟ ਕਰਨੀਆਂ ਲਾਈਨ ਲਈ। ਤਾਂ ਅਸੀਂ P ਦੀਆਂ ਚਾਰੇ ਵੈਲਿਊਜ਼ ਮਤਲਬ ਚਾਰੇ ਬਾਊਂਡਰੀਜ਼ ਅਕੋਰਡਿੰਗ ਅਸੀਂ ਉਹਦੀਆਂ ਵੈਲਿਊਜ਼ ਕੰਪਿਊਟ ਕੀਤੀਆਂ। P1 ਕੈਲਕੂਲੇਟ ਕੀਤੀ ਪੁੱਤ ਮੈਂ, ਨਾਲ ਹੀ Q1 ਕੀਤੀ, ਨਾਲ ਹੀ R1 ਕੀਤੀ, P2 ਕੀਤੀ, Q2 ਕੀਤੀ, R2 ਕੀਤੀ, ਮਤਲਬ P Q R ਸਭ ਦੀਆਂ ਵੈਲਿਊਜ਼ ਚਾਰੇ ਬਾਊਂਡਰੀ ਅਕੋਰਡਿੰਗ ਤੁਸੀਂ ਕੈਲਕੂਲੇਟ ਕਰੋ। ਚਾਰੇ ਵੈਲਿਊਜ਼ ਕੰਪਿਊਟ ਕਰਨ ਤੋਂ ਬਾਅਦ ਹੁਣ ਤੁਸੀਂ ਆਉਂਦੇ ਹੋ U1 'ਤੇ, ਠੀਕ ਹੈ। U1 ਮੈਕਸ ਜਾਂ U2 ਚੱਕਣਾ ਹੁੰਦਾ ਆਪਾਂ। ਹੁਣ U1 ਦੀ ਜਿਹੜੀ ਵੈਲਿਊ ਆ, ਵੇਟ, ਤਾਂ ਇੱਥੇ ਇੱਕ ਚੀਜ਼ ਤੁਹਾਨੂੰ ਮੈਂ ਦਿਖਾਵਾਂ ਵਾਪਸ ਤੁਹਾਡੀ। ਅਸੀਂ ਪਹਿਲਾਂ ਤਾਂ ਕੋਈ ਦੇਖੋ ਕਿ ਤੁਹਾਡੀ ਕੋਈ P ਹੈ ਜਿਹੜੀ 0 ਆਈ ਹੈ। P1 ਸਾਡੀ 0 ਨਹੀਂ ਆਈ, P2 ਸਾਡੀ 0 ਨਹੀਂ ਆਈ, P3 ਵੀ ਸਾਡੀ 0 ਨਹੀਂ ਆਈ, ਚੈੱਕ ਕਰੋ P4 ਵੀ ਸਾਡੀ 0 ਨਹੀਂ ਆਈ। ਦੈਟ ਮੀਨਸ ਕੋਈ ਇਹ ਲਾਈਨ ਜਿਹੜੀ ਹੈਗੀ L1 ਪੈਰਲਲ ਤਾਂ ਨਹੀਂ ਹੈ ਸਾਡੀ ਬਾਊਂਡਰੀ ਦੇ, ਓਕੇ। ਫਿਰ U1 U2 ਦੀ ਜਿਹੜੀ ਅਸੀਂ ਵੈਲਿਊਜ਼ ਕੰਪਿਊਟ ਕੀਤੀਆਂ, U1 U2 ਦੀਆਂ ਵੈਲਿਊਜ਼ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਆਹ ਸੀ ਸਾਡੀ ਵੈਲਿਊ। ਮੈਕਸ ਆਰ ਕੇ U1 ਹੁੰਦਾ ਅਤੇ ਮਿਨ ਆਰ ਕੇ U2 ਹੁੰਦਾ ਗਾ, ਕਲੀਅਰ। ਤਾਂ ਹੁਣ ਇਹਦੀਆਂ ਜਦੋਂ ਅਸੀਂ ਚੈੱਕ ਕੀਤੇ ਕਿਉਂਕਿ ਇਸ ਅਕੋਰਡਿੰਗ ਵੀ ਤਾਂ ਅਸੀਂ ਡਿਸਾਈਡ ਕਰਨਾ ਨਾ ਲਾਈਨ ਇਨਸਾਈਡ ਹੈ ਕਿ ਆਊਟਸਾਈਡ ਹੈ। ਜੇ U1 ਗ੍ਰੇਟਰ ਆ ਜਾਂਦਾ U2 ਤੋਂ, ਲਾਈਨ ਨੂੰ ਆਊਟਸਾਈਡ ਹੁੰਦੀ ਹੈ, ਇਸ ਨੂੰ ਰਿਜੈਕਟ ਕਰਨਾ ਹੁੰਦਾ। ਤਾਂ U1 ਦੇ ਵਿੱਚ ਅਸੀਂ ਮੈਕਸਿਮਮ ਵੈਲਿਊ ਚੱਕਣੀ ਹੈ। ਮੈਕਸਿਮਮ ਜਾਂ ਤਾਂ 1 ਦੀ ਚੱਕੋ, ਠੀਕ ਹੈ, ਅਤੇ ਇੱਕ ਜਿਹੜੀ ਤੁਸੀਂ ਕੈਲਕੂਲੇਸ਼ਨਸ ਉੱਪਰ ਕੀਤੇ ਹੋਣਗੀਆਂ P ਦੀਆਂ ਵੈਲਿਊਜ਼ ਦੇ ਅਕੋਰਡਿੰਗ। ਤਾਂ P ਦੀਆਂ ਵੈਲਿਊਜ਼ ਅਕੋਰਡਿੰਗ ਪਤਾ ਜੇਕਰ ਅਸੀਂ ਦੇਖੀਏ, ਵੇਟ, ਤੁਸੀਂ R ਵੈਲਿਊਜ਼ ਕੰਪਿਊਟ ਕਰੋ। ਤੁਹਾਡਾ R ਕੀ ਆਇਆ ਸੀ, ਇੱਕ ਵਾਰੀ ਤੁਹਾਡਾ R ਆਇਆ ਸੀ 1, ਫਿਰ ਇੱਕ ਵਾਰ R ਆਇਆ 2.5, ਫਿਰ ਇੱਕ ਵਾਰ ਤੁਹਾਡਾ R ਆਇਆ ਗਾ -0.5 ਅਤੇ ਇੱਕ ਵਾਰ ਤੁਹਾਡਾ R ਆਇਆ ਹੈਗਾ 0.5। 1 ਅਤੇ 0.5 ਦੇ ਵਿੱਚੋਂ ਮੈਕਸੀਮਮ ਵੈਲਿਊ ਚੱਕੋ, ਅਸੀਂ ਚੱਕੀ 1। 2.5 ਅਤੇ 0.5 ਦੇ ਵਿੱਚੋਂ ਮਿਨੀਮਮ ਵੈਲਿਊ ਚੱਕੋ ਤਾਂ ਅਸੀਂ ਚੱਕਾਂਗੇ 0.5, ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ। ਆਹ ਦੋ ਇੱਕ ਦੇ ਵਿੱਚੋਂ ਚੱਕਣਾ, ਆਹ ਦੋ ਦੂਸਰੇ ਦੇ ਵਿੱਚੋਂ ਚੱਕਣਾ, ਕਲੀਅਰ। ਹੁਣ ਇਹ ਵੈਲਿਊਜ਼ ਤੋਂ ਬਾਅਦ ਸਾਡੇ ਕੋਲ U1 U2 ਦੀ ਵੈਲਿਊ ਨਿਕਲ ਗਈ। U1 ਸਾਡਾ 1 ਆ ਰਿਹਾ ਪੁੱਤ, U2 ਸਾਡਾ 0.5 ਆ ਰਿਹਾ, ਅਤੇ ਸਾਡਾ ਫਾਰਮੂਲਾ ਇਹ ਕਹਿੰਦਾ ਜੇ U1 U2 ਤੋਂ ਗ੍ਰੇਟਰ ਆ ਲਾਈਨ ਨੂੰ ਰਿਜੈਕਟ ਕਰ ਦਿਓ। ਤਾਂ ਸਾਡੀ ਵਾਕਈ U1 ਵੱਡੀ ਆ ਰਹੀ ਹੈ U2 ਦੇ ਨਾਲੋਂ, ਅਸੀਂ ਲਾਈਨ ਨੂੰ ਕਰਾਂਗੇ ਰਿਜੈਕਟ। ਇਹ ਸੀ ਸਾਡੀ ਪਹਿਲੀ ਇਕੁਏਸ਼ਨ। ਹੁਣ ਜਿਹੜੇ ਪਹਿਲੀ ਲਾਈਨ ਦੇ ਲਈ ਜੋ ਅਸੀਂ ਕੈਲਕੂਲੇਸ਼ਨਸ ਵਗੈਰਾ ਕੀਤੀਆਂ, ਹੁਣ ਇਹੋ ਚੀਜ਼ ਤੁਸੀਂ ਬੇਟਾ ਸੈਕਿੰਡ ਲਾਈਨ ਲਈ ਵੀ ਲੈ ਕੇ ਚੱਲੋ। ਤੁਹਾਨੂੰ 2 ਲਾਈਨਸ ਗਿਵਨ ਸੀ ਨਾ ਐਗਜ਼ਾਮਪਲ ਦੇ ਵਿੱਚ, ਤਾਂ ਆਹ ਜਿਹੜੀ ਤੁਹਾਡੀ ਸੈਕਿੰਡ ਲਾਈਨ ਹੈ। ਹੁਣ ਇਹ ਲਾਈਨ ਜਦੋਂ ਅਸੀਂ ਕੰਪਿਊਟ ਕਰਾਂਗੇ, ਦੇਖੋ ਇਨਸਾਈਡ ਕਿਤੇ ਨਾ ਕਿਤੇ ਉਹ ਵਿਜ਼ੂਅਲ ਹੈਗੀ ਹੈ, ਤਾਂ ਅਸੀਂ ਇਹਦਾ ਇੰਟਰਸੈਕਸ਼ਨ ਪੁਆਇੰਟ ਵੀ ਲੱਭਾਂਗੇ ਵੀ ਕਿੱਥੇ ਕਿੱਥੇ ਉਹਨੂੰ ਇੰਟਰਸੈਕਟ ਕੀਤਾ ਗਾ। ਹੁਣ ਉਹਦੇ ਲਈ ਤੁਸੀਂ ਕੀ ਕਰਨਾ ਗਾ,
ਤਾਂ ਪਹਿਲਾਂ ਇੱਕ ਵਾਰ ਐਗਜ਼ਾਮਪਲ ਰੋਕ ਮਤਲਬ ਪਹਿਲੀ ਐਗਜ਼ਾਮਪਲ ਦੇਖ ਕੇ ਵਾਪਸ ਤੋਂ ਸਾਰੀਆਂ ਕੈਲਕੂਲੇਸ਼ਨਸ ਤੁਸੀਂ ਇੱਥੇ ਦੇਖਣੀਆਂ। ਓਕੇ ਆ, ਤਾਂ ਹੁਣ ਵਾਪਸ ਚੱਲੇ ਅਸੀਂ। ਓਕੇ, ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾ ਦਿਆਂ ਜਿਹੜੀ ਚੀਜ਼ ਨੋਟ ਕਰਨ ਵਾਲੀ ਹੈ। ਪੀ ਕੇ ਲੈਸ ਦੈਨ 0 ਤੇ ਗ੍ਰੇਟਰ ਦੈਨ 0 ਦੀ ਗੱਲ ਕੀਤੀ ਇੱਥੇ ਅਸੀਂ। ਤੇ ਇੱਥੇ ਜੇਕਰ ਅਸੀਂ ਦੇਖੀਏ ਬੇਟਾ ਤਾਂ ਤੁਸੀਂ ਇਹ ਚੀਜ਼ਾਂ ਜ਼ਰੂਰ ਧਿਆਨ 'ਚ ਰੱਖਣੀਆਂ, ਕਿੱਥੇ ਵੈਲਿਊਜ਼ ਨੇ ਜਿਹੜੀਆਂ ਲੈਸ ਦੈਨ 0 ਜਾਂ ਗ੍ਰੇਟਰ ਦੈਨ 0 ਅਸੀਂ ਚੈੱਕ ਕਰ ਰਹੇ ਹਾਂ। ਸਾਰੇ ਫਾਰਮੂਲਾਜ਼ ਅਕੋਰਡਿੰਗ ਤੁਸੀਂ ਦੇਖਣੀਆਂ। ਹੁਣ ਦੂਸਰਾ ਕੇਸ L2 ਦਾ ਆ ਗਿਆ। L2 ਦੇ ਵਿੱਚ ਵੀ ਫਿਰ ਉਹੀ ਕਰੋ, ਵੈਲਿਊਜ਼ ਤੁਹਾਨੂੰ ਉਹਦੇ x1 y1 x2 y2 ਦੀਆਂ ਗਿਵਨ ਐਗਜ਼ਾਮਪਲ ਦੇ ਵਿੱਚ ਦੇਖ ਲਓ, ਤੁਹਾਨੂੰ ਦਿੱਤੀ ਹੋਈ ਹੈ ਨਾ ਕਿ ਇਸ ਲਾਈਨ ਦੇ ਵਿੱਚ ਜਿਹੜਾ x1 ਹੈ ਉਹ 10 ਹੈਗਾ, x2 ਮੇਰਾ ਵੇਟ x ਇਹ 10 ਹੈ, ਇਹ ਮੇਰਾ 50 ਹੈਗਾ। ਇੱਦਾਂ ਹੀ ਬੇਟਾ y1 ਇਹਦੇ ਵਿੱਚ 20 ਹੈ, y2 ਮੇਰੀ 45 ਹੈ। ਵੈਲਿਊਜ਼ ਚੱਕੋ, ਕੈਲਕੂਲੇਸ਼ਨ ਸ਼ੁਰੂ ਕਰੋ। ਤਾਂ ਜਦੋਂ ਅਸੀਂ ਵੈਲਿਊ ਚੱਕਿਆ P1 ਕੰਪਿਊਟ ਕੀਤੀ ਸੀ, ਸਾਡੇ ਕੋਲ -40 ਆ ਗਈ, Q1 ਸਾਡਾ -20 ਆ ਗਿਆ, R1 ਸਾਡਾ 0.5 ਆ ਗਿਆ। ਇੱਦਾਂ ਹੀ P2 ਕੰਪਿਊਟ ਕਰੋ 40 50 ਤੇ 1.25 ਆ ਗਿਆ। P3 ਕੰਪਿਊਟ ਕਰੋ ਪੁੱਤ, ਤਾਂ P3 ਸਾਡੇ ਕੋਲ -25 ਤੇ Q ਉਹਦੇ ਅਕੋਰਡਿੰਗ 0 ਆ ਰਿਹਾ। Q3 ਕੰਪਿਊਟ ਕੀਤਾ 0 ਆ ਗਿਆ, ਸੌਰੀ R3। P4 Q4 ਤੇ R4 ਨੂੰ ਤੁਸੀਂ ਕੰਪਿਊਟ ਕਰੋਗੇ, ਤੁਹਾਡੇ ਕੋਲ ਵੈਲਿਊਜ਼ ਆ ਜਾਣੀਆਂ। ਇਹ ਸਾਰੀਆਂ ਵੈਲਿਊਜ਼ ਤੋਂ ਬਾਅਦ ਵਾਪਸ ਤੁਸੀਂ ਆਓ ਤੁਹਾਡੇ U ਤੇ, ਠੀਕ ਹੈ। ਤਾਂ U ਦੇਖਿਆ ਸੀ, ਇੱਕ ਤਾਂ ਅਸੀਂ ਮੈਕਸਿਮਮ ਵੈਲਿਊ ਚੱਕਣੀ ਹੈ 0.5 ਤੇ 0 ਦੇ ਵਿੱਚੋਂ, ਇੱਕ ਅਸੀਂ ਮਿਨੀਮਮ ਵੈਲਿਊ ਚੱਕਣੀ ਹੈ 1.25 ਤੇ 0.8 ਦੇ ਵਿੱਚੋਂ। ਤਾਂ ਓਬਵੀਅਸ ਮੈਕਸਿਮਮ ਵੈਲਿਊ ਇਹ ਹੈ, ਮਿਨੀਮਮ ਸਾਡੀ 0.8 ਹੈ। ਚੈੱਕ ਕਰੋ ਕਿ U1 U2 ਤੋਂ ਵੱਡਾ ਗਾ, ਨਹੀਂ ਵੱਡਾ ਤਾਂ ਲਾਈਨ ਅਸੀਂ ਰਿਜੈਕਟ ਨਹੀਂ ਕਰਾਂਗੇ। ਹੁਣ ਲਾਈਨ ਦੇ ਇੰਟਰਸੈਕਸ਼ਨ ਪੁਆਇੰਟ ਕੈਲਕੂਲੇਟ ਕਰਾਂਗੇ। ਤਾਂ ਉਹਨਾਂ ਨੇ ਕਿਹਾ ਸੀ ਇੰਟਰਸੈਕਸ਼ਨ ਪੁਆਇੰਟ ਕਿਵੇਂ ਕੈਲਕੂਲੇਟ ਕਰਨੇ ਆ, ਤੁਸੀਂ ਜੋ ਤੁਹਾਡੀ ਪੈਰਾਮੀਟਰਿਕ ਇਕੁਏਸ਼ਨ ਸੀਗੀ ਨਾ ਲਾਈਨ ਦੀ, ਉਹਦੇ ਵਿੱਚ U1 U2 ਦੀ ਵੈਲਿਊ ਪੁੱਟ ਕਰ ਦਿਓ। U1 ਮਤਲਬ ਜਿੱਥੇ x1 ਹੈ, U2 ਮਤਲਬ ਜਿੱਥੇ x2 ਸੀਗਾ ਉੱਥੇ U2 ਦੀ ਵੈਲਿਊ ਪੁੱਟ ਕਰੋ। ਤਾਂ ਉਹੀ ਵਾਲੇ ਇਕੁਏਸ਼ਨ ਤੁਹਾਡੇ ਕੋਲ ਆ ਗਈ, x1 + U1 ਡੈਲਟਾ x। x1 ਤੁਹਾਡਾ 10 ਸੀਗਾ ਪੁੱਤ, U1 ਤੁਹਾਡੇ ਆਲਰੇਡੀ ਕੰਪਿਊਟ ਕੀਤਾ 0.5 ਆਇਆਗਾ। ਡੈਲਟਾ x ਪਹਿਲੇ x2 - x1 ਦਾ ਡਿਫਰੈਂਸ, ਇਹ 40 ਬਣੂਗਾ। 40 ਨੂੰ ਜਦੋਂ 0.5 ਨਾਲ ਮਲਟੀਪਲਾਈ ਕਰੋਗੇ ਤੁਸੀਂ, ਠੀਕ ਹੈ, ਤੁਹਾਡੇ ਕੋਲ 20 ਬਣੂ ਤੇ 20 ਨੂੰ 10 'ਚ ਪਲੱਸ ਕਰੋਗੇ 30। ਇੱਦਾਂ ਹੀ ਤੁਸੀਂ x2 y1 y2 ਸਭ ਦੀਆਂ ਵੈਲਿਊ ਜਿਹੜੀਆਂ ਨੇ ਕੰਪਿਊਟ ਕਰੋਗੇ। ਤਾਂ ਤੁਹਾਡੇ ਕੋਲ ਕਰਨ ਤੋਂ ਬਾਅਦ ਬੇਟਾ ਲਾਈਨ ਦੇ ਇੰਟਰਸੈਕਸ਼ਨ ਪੁਆਇੰਟਸ ਆ ਗਏ ਤੁਹਾਡੇ ਕੋਲ, ਕਿ ਜਿਹੜੀ ਤੁਹਾਡੀ ਲਾਈਨ ਉਹ ਕਿੱਥੇ ਦਿਖਾਈ ਜਾਊਗੀ। ਹੁਣ ਉਹਦੇ ਵਿੱਚ x1 ਦੀ ਵੈਲਿਊ ਜਿਹੜੀ ਹੈਗੀ ਆ ਉਹ 10 ਨਾ ਹੋ ਕੇ 30 ਤੇ ਬਣੂਗੀ। x2 ਦੀ ਜਿਹੜੀ ਵੈਲਿਊ ਆ ਉਹ 42 ਤੱਕ ਜਾਊਗੀ। y1 ਦੀ ਇੱਦਾਂ ਹੀ ਵੈਲਿਊ, y2 ਦੀ ਇੱਦਾਂ ਹੀ ਵੈਲਿਊ ਜਿਹੜੀ ਹੈ ਸੀ ਉਹ ਕੈਲਕੂਲੇਸ਼ਨਸ ਕਰਕੇ ਸਾਡੇ ਕੋਲ ਆ ਗਈਆਂ। ਦੈਟ ਮੀਨਸ ਅਸੀਂ ਜਿਹੜੀਆਂ ਵੈਲਿਊਜ਼ ਕੈਲਕੂਲੇਟ ਕੀਤੀਆਂ ਨੇ, ਅਸੀਂ ਉਹ ਇਹ ਵਾਲੀਆਂ ਕੀਤੀਆਂ ਕਿ ਇੱਥੇ ਸਾਡੀ ਵੈਲਿਊ ਕੀ ਹੋਊਗੀ ਤੇ ਇਸ ਇੰਟਰਸੈਕਸ਼ਨ ਤੇ ਸਾਡੀ ਵੈਲਿਊ ਕੀ ਹੋਊਗੀ। ਸਾਡੀ ਕਹੇ ਇੰਨੀ ਹੀ ਹੋਊਗੀ। ਬਾਕੀ ਲਾਈਨ ਨੂੰ, ਇੱਧਰਲੀ ਲਾਈਨ ਨੂੰ ਅਸੀਂ ਰਿਜੈਕਟ ਕਰਾਂਗੇ, ਇੱਧਰਲੀ ਲਾਈਨ ਨੂੰ ਵੀ ਅਸੀਂ ਰਿਜੈਕਟ ਕਰਾਂਗੇ। ਕਲੀਅਰ। ਤਾਂ ਇਹ ਸੀ ਤੁਹਾਡੀ ਲਿਆਂਗ-ਵਾਰਸਕਾਈ ਦੀ ਐਲਗੋਰਿਦਮ ਜੋ ਅਸੀਂ ਹੁਣ ਚੈੱਕ ਕੀਤੀ ਹੈ। ਤੇ ਵਾਪਸ ਤੋਂ ਬੇਟਾ ਜੇ ਅਸੀਂ ਰਿਕਵਰ ਕਰੀਏ ਤਾਂ ਕੁਛ ਨਹੀਂ, ਤੁਹਾਡੀ ਪੁਆਇੰਟ ਕਲਿੱਪਿੰਗ ਦੇ ਅਕੋਰਡਿੰਗ ਹੀ ਉਹਨਾਂ ਨੂੰ ਉਹਦੇ ਵਿੱਚ ਪੈਰਾਮੀਟਰਿਕ ਇਕੁਏਸ਼ਨ ਦੀਆਂ ਵੈਲਿਊਜ਼ ਕੰਪਿਊਟ ਕਰਕੇ, ਇਨਇਕੁਐਲਿਟੀਜ਼ ਫਾਈਂਡ ਕਰਕੇ ਤੁਹਾਡੇ ਕੋਲ ਇਹ ਵਾਲੀ ਇਕੁਏਸ਼ਨਸ ਲੈ ਕੇ ਆਉਂਦੇ ਨੇ, ਠੀਕ ਹੈ। ਤਾਂ P1 P2 ਅਕੋਰਡਿੰਗ ਤੁਹਾਡੇ ਕੇਸਿਸ ਬਣਨਗੇ। ਜੇ P1 0 ਲਾਈਨ ਪੈਰਲਲ ਆ, ਇਨਸਾਈਡ ਆ ਕਿ ਆਊਟਸਾਈਡ, ਉਹ Q ਦੀ ਵੈਲਿਊ ਦੱਸੂਗੀ, ਉਹਦੇ ਕੋਰਸਪੋਂਡਿੰਗ ਉਹਦਾ Q ਚੈੱਕ ਕਰੋ। ਜੇ P1 > 0 ਹੈਗੀ ਜਾਂ P1 < 0, ਉਹਦੇ ਅਕੋਰਡਿੰਗ ਕੇਸਿਸ ਬਣਨਗੇ। R ਦੀ ਵੈਲਿਊ ਕੰਪਿਊਟ ਕਰਦੇ ਰਹੋ, ਫਿਰ R ਅਕੋਰਡਿੰਗ ਹੀ ਤੁਸੀਂ, ਠੀਕ ਹੈ, ਤੁਸੀਂ ਜਿਹੜੀ ਹੈਗੀ ਤੁਹਾਡੀ ਵੈਲਿਊਜ਼ U1 ਦੀਆਂ U2 ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਕੈਲਕੂਲੇਟ ਕਰੋਗੇ। ਹਰ ਨੋਨ ਜ਼ੀਰੋ ਜਿੱਥੇ ਵੀ ਤੁਹਾਡੀ ਜਿਹੜੀ PK ਨੋਨ ਜ਼ੀਰੋ, ਉਹਦੇ ਅਕੋਰਡਿੰਗ ਤੁਸੀਂ RK ਕੰਪਿਊਟ ਕਰੋ ਤੇ RK ਕੰਪਿਊਟ ਕਰੋ ਤੇ RK ਅਕੋਰਡਿੰਗ ਅਸੀਂ ਫਿਰ ਡਿਸਾਈਡ ਕਰਨਾ ਹੁੰਦਾ U1 U2। ਕਲੀਅਰ। ਓਕੇ। ਤਾਂ ਨੈਕਸਟ ਉਸ ਤੋਂ ਬਾਅਦ ਫਿਰ ਤੁਸੀਂ ਇਹਦੇ ਅਕੋਰਡਿੰਗ ਦੇਖੋ ਕਿ U1 ਵੱਡਾ ਆ ਗਿਆ ਤਾਂ ਲਾਈਨ ਰਿਜੈਕਟ ਕਰੋ, U1 ਛੋਟਾ ਆ ਗਿਆ ਤਾਂ ਉਹਦੀਆਂ ਇੰਟਰਸੈਕਸ਼ਨ ਪੁਆਇੰਟਸ ਲੱਭੋ ਕਿੱਥੇ ਹੈਗੇ। ਕਲੀਅਰ। ਤੇ ਹੁਣ ਜਿਹੜੀ ਸਾਡੇ ਮੇਨ ਇੱਕ ਪੁਆਇੰਟਸ ਕੁਛ ਰਹਿ ਗਏ ਸੀ, ਕੋਹਨ ਸਦਰਲੈਂਡ ਨਾਲੋਂ ਅਸੀਂ ਲਿਆਂਗ-ਵਾਰਸਕਾਈ ਦੇ ਐਲਗੋਰਿਦਮ ਨੂੰ ਜ਼ਿਆਦਾ ਐਫੀਸ਼ੀਐਂਟ ਕਿਉਂ ਮੰਨਦੇ ਹਾਂ। ਇਹਦੇ ਵਿੱਚ ਕੈਲਕੂਲੇਸ਼ਨਸ ਘੱਟ ਆ। U1 ਤੇ U2 ਦੀ ਵੈਲਿਊ ਕੰਪਿਊਟ ਕਰਦੇ ਸਮੇਂ ਹੀ ਡਿਵੀਜ਼ਨ ਜਿਹੜੀ ਹੈਗੀ ਆ ਉਹ ਸਾਡੇ ਕੋਲ ਆ ਰਹੀ ਹੈਗੀ।
ਤੇ ਜਿਹੜੀ ਵਿੰਡੋ ਇੰਟਰਸੈਕਸ਼ਨ ਪੁਆਇੰਟਸ ਨੇ ਉਹ ਸਿਰਫ ਇੱਕ ਵਾਰ ਦੀ ਕੈਲਕੂਲੇਸ਼ਨ ਤੋਂ ਬਾਅਦ ਹੀ ਸਾਡੇ ਕੋਲ ਆ ਜਾਂਦੇ। ਅਸੀਂ ਬਾਰ-ਬਾਰ ਕੰਪਿਊਟ ਨਹੀਂ ਕਰਦੇ, ਮਿਡ ਪੁਆਇੰਟ ਦੇ ਵਿੱਚ ਅਸੀਂ ਬਾਰ-ਬਾਰ ਕੈਲਕੂਲੇਸ਼ਨਸ ਕਰਕੇ ਦੇਖ ਰਹੇ ਸੀਗੇ। ਅਸੀਂ ਲਾਈਨ ਦੀਆਂ ਇੰਟਰਸੈਕਸ਼ਨ ਸਿਰਫ ਉਦੋਂ ਕੱਢਦੇ ਹਾਂ ਜਦੋਂ ਅਸੀਂ ਕਨਫਰਮ ਹੁੰਦੇ ਹਾਂ ਪਹਿਲਾਂ, ਠੀਕ ਹੈ। ਉਸ ਤੋਂ ਬਾਅਦ ਲਾਈਨ ਦੇ ਇੰਟਰਸੈਕਸ਼ਨਸ ਕੱਢ ਕੇ ਅਸੀਂ ਜਿਹੜੇ ਹੈਗੇ ਆ ਉਹ ਪੁਆਇੰਟ ਚੈੱਕ ਕਰਦੇ ਹੈਗੇ। ਤਾਂ ਇਹ ਸੀ ਤੁਹਾਡੀ ਲਿਆਂਗ ਵਾਰਸਕਾਈ ਦੀ ਐਲਗੋਰਿਦਮ।